ਹੈਲੋ ਮਾਈ ਡੀਅਰ ਸਟੂਡੈਂਟਸ ਆਫ 10th ਕਲਾਸ। ਬੇਟਾ ਜੀ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਮਿਸ਼ਨ 100% ਦੇ ਅੰਡਰ ਤੁਹਾਡੀ 10ਵੀਂ ਦੀ ਬੋਰਡ ਦੇ ਪੇਪਰਾਂ ਦੀ ਤਿਆਰੀ ਕਰਾ ਰਹੇ ਹਾਂ। ਔਰ ਉਹਦੇ ਵਿੱਚ ਜਿਹੜੇ ਮੈਂ ਅੱਜ ਸੁਪਰ 100 ਦੇ ਵਿੱਚੋਂ ਅਗਲੇ ਕੁਐਸਚਨ ਲਏ ਹਨ, ਉਹ ਬਹੁਤ ਹੀ ਇੰਪੋਰਟੈਂਟ ਚੈਪਟਰ ਦੇ ਲਏ ਹੈ। 15ਵੇਂ ਚੈਪਟਰ ਦੇ ਮੈਂ ਉਹ ਕੁਐਸਚਨ ਲੈਣ ਜਾ ਰਹੀ ਹਾਂ, ਜਿਹੜਾ ਕਿ ਤੁਹਾਡੇ ਸਿਲੇਬਸ ਦੇ ਵਿੱਚ ਹੈ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 15ਵੇਂ ਚੈਪਟਰ 'ਚੋਂ ਜਿਹੜਾ ਸਾਡਾ ਹੈ ਉਹ ਕੁਐਸਚਨ ਆਉਣਾ ਹੈ, ਔਰ ਉਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਦੀ ਉਮੀਦ ਕੀਤੀ ਜਾਂਦੀ ਹੈ, ਕਿਉਂਕਿ 15ਵਾਂ ਚੈਪਟਰ ਬਹੁਤ ਹੀ ਈਜ਼ੀ ਹੈ। ਇਸ ਲਈ ਅਸੀਂ ਸਾਰੇ ਇਹੀ ਚਾਹੁੰਦੇ ਹਾਂ ਕਿ 15ਵੇਂ ਚੈਪਟਰ 'ਚੋਂ ਤੁਹਾਡੀ ਕੋਈ ਵੀ ਗਲਤੀ ਨਾ ਹੋਏ। ਔਰ ਬਹੁਤ ਹੀ ਮਤਲਬ ਜੇ ਸਾਡੇ ਬਿਜਲੀ ਚੈਪਟਰ 'ਚੋਂ ਵੀ 7 ਨੰਬਰ ਦਾ ਪੇਪਰ ਆਉਣਾ ਹੈ, ਤੇ ਸਾਡੇ 15ਵੇਂ ਚੈਪਟਰ 'ਚੋਂ ਵੀ 7 ਨੰਬਰ ਦਾ ਹੀ ਪੇਪਰ ਆਉਣਾ ਹੈ। ਔਰ 7 ਨੰਬਰ ਦਾ ਜਿਹੜਾ ਪੇਪਰ ਆਉਣਾ ਹੈ, ਉਹਦੇ ਵਿੱਚੋਂ ਸਾਡੇ 2 ਕੁਐਸਚਨ ਆਣੇ ਹੈ 1 ਨੰਬਰ ਦੇ ਜੀ, ਇੱਕ ਕੁਐਸਚਨ ਆਣਾ ਹੈ 2 ਨੰਬਰ ਦਾ, ਔਰ ਇੱਕ ਕੁਐਸਚਨ ਆਣਾ ਹੈ 3 ਨੰਬਰ ਦਾ। ਯਾਨੀ ਟੋਟਲ ਜਿਹੜਾ ਹੈ ਸਾਡਾ 7 ਨੰਬਰ ਦਾ ਪੇਪਰ ਜਿਹੜਾ ਹੈ ਉਹ ਸਾਡੇ ਲੈਸਨ 'ਚੋਂ ਆਣਾ ਹੈ। ਤੋ ਸੋ ਇਹਨਾਂ ਦੀ ਤਿਆਰੀ ਆਪਾਂ ਕਰਨ ਜਾ ਰਹੇ ਹਾਂ ਅੱਜ ਤੁਹਾਡੇ ਨਾਲ। ਤੇ ਬੇਟਾ ਜੀ, ਜਿਹੜੇ 100 ਕੁਐਸਚਨਸ ਹੈ ਉਹਦੇ 'ਚੋਂ 14ਵਾਂ ਕੁਐਸਚਨ ਇਹਦੇ ਰਿਲੇਟਡ ਹੈ, ਔਰ ਵੈਰੀ ਇੰਪੋਰਟੈਂਟ ਕੁਐਸਚਨ ਹੈ। ਓਜ਼ੋਨ ਕੀ ਹੈ, ਇਹ ਪਰਿਸਥਿਤਿਕ ਪ੍ਰਬੰਧ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਜਾਂ ਫਿਰ ਆ ਸਕਦਾ ਹੈ ਜੀ ਓਜ਼ੋਨ ਪਰਤ ਦੀ ਹਾਨੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਹਾਨੀ ਨੂੰ ਮਤਲਬ ਜਿਹੜਾ ਘੱਟ ਕਰਨ ਲਈ ਕਿਹੜੇ ਕਦਮ ਚੁੱਕੇ ਗਏ। ਤਾਂ ਬੇਟਾ ਜੀ, ਮੈਂ ਪਹਿਲੇ ਤੁਹਾਡੇ ਲਈ ਆਹ ਪੜਾਂਗੀ ਕਿ ਓਜ਼ੋਨ ਵਾਯੂ ਮੰਡਲ ਵਿਚਲੀ ਆਕਸੀਜਨ ਉੱਪਰ ਸੂਰਜ ਦੀਆਂ ਪਰਾਬੈਂਗਨੀ ਵਿਕਰਨਾਂ ਦੇ ਪ੍ਰਭਾਵ ਕਾਰਨ ਬਣਦੀ ਹੈ। ਸਮਤਾਪ ਮੰਡਲ ਵਿੱਚ ਮੌਜੂਦ ਓਜ਼ੋਨ ਦੀ ਪੂਰੀ ਤਹਿ ਨੂੰ ਓਜ਼ੋਨ ਪਰਤ ਜਾਂ ਓਜ਼ੋਨ ਪੱਟੀ ਕਿਹਾ ਜਾਂਦਾ ਹੈ। ਬੇਟਾ ਜੀ, ਬੇਸਿਕਲੀ ਇਹ ਸਾਨੂੰ ਜਿਹੜੀਆਂ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਹੈ ਉਹਦੇ ਤੋਂ ਯੂਵੀ ਰੇਜ਼ ਤੋਂ ਸਾਨੂੰ ਜਿਹੜੀ ਹੈ ਉਹ ਬਚਾਉਂਦੀ ਹੈ, ਅਤੇ ਜਿਹਦੇ ਕਰਕੇ ਸਾਨੂੰ ਕੈਂਸਰ ਵਰਗੇ ਰੋਗਾਂ ਤੋਂ ਸਾਨੂੰ ਬਚਾਉਂਦੀ ਹੈ, ਕਿਉਂਕਿ ਇਹ ਸੂਰਜ ਦੀਆਂ ਜਿਹੜੀਆਂ ਪਰਾਬੈਂਗਨੀ ਕਿਰਨਾਂ ਯਾਨੀ ਯੂਵੀ ਰੇਜ਼ ਹੈ ਉਹਨਾਂ ਨੂੰ ਸੋਕ ਲੈਂਦੀ ਹੈ, ਜਿਹਦੇ ਕਰਕੇ ਸਾਨੂੰ ਕੈਂਸਰ, ਮੋਤੀਆਬਿੰਦ ਵਰਗੀਆਂ ਮਤਲਬ ਚਮੜੀ ਦੇ ਰੋਗ ਨਹੀਂ ਹੁੰਦੇ। ਠੀਕ ਹੈ ਜੀ, ਕਿਉਂਕਿ ਇਹ ਓਜ਼ੋਨ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ ਨਾ, ਚਮੜੀ ਦੇ ਰੋਗ ਸਾਨੂੰ ਨਹੀਂ ਹੁੰਦੇ। ਠੀਕ ਹੈ ਜੀ, ਔਰ ਇਹੀ ਓਜ਼ੋਨ ਪਰਤ ਹੈ ਜਿਹੜੀ ਬੇਸਿਕਲੀ ਇਹਦਾ ਫਾਰਮੂਲਾ ਆਪਾਂ O3 ਲਿਖ ਦਿੰਦੇ ਹਾਂ। ਠੀਕ ਹੈ ਜੀ, O3 ਇਹ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਨੀ ਵਿਕਰਨਾਂ ਤੋਂ ਬਚਾਉਂਦੀ ਹੈ। ਐਰੋਸੋਲਸ ਅਤੇ ਕਲੋਰੋਫਲੋਰੋਕਾਰਬਨ ਵਰਗੇ ਰਸਾਇਣਿਕ ਪਦਾਰਥ ਹਨ ਜਿਹੜੇ ਓਜ਼ੋਨ ਪਰਤ ਨੂੰ ਖਤਮ ਕਰ ਰਹੇ ਹਨ। ਕਿਹੜੇ ਕਿਹੜੇ ਜੀ? ਐਰੋਸੋਲਸ ਤੇ ਕਲੋਰੋਫਲੋਰੋਕਾਰਬਨ। 1 ਨੰਬਰ ਦੇ ਵਿੱਚ ਬਹੁਤ ਜ਼ਿਆਦਾ ਇਹ ਕੁਐਸਚਨ ਆਉਂਦਾ ਹੈ ਕਿ ਕਿਹੜੀ ਜਿਹੜੇ ਸਬਸਟੈਂਸਸ ਹੈ ਉਹ ਓਜ਼ੋਨ ਨੂੰ ਖਤਮ ਕਰ ਰਹੇ ਹੈ, ਤੇ ਉਹ CFCs ਹੈ, CFCs ਔਰ ਐਰੋਸੋਲਸ। ਠੀਕ ਹੈ ਜੀ, ਅਗਰ ਇਹ ਖਤਮ ਹੋ ਗਈ ਤੇ ਪਰਾਬੈਂਗਨੀ ਕਿਰਨਾਂ ਜਿਹੜੀਆਂ ਉਹ ਧਰਤੀ ਤੇ ਬਨਸਪਤੀ ਅਤੇ ਜੰਤੂਆਂ ਤੇ ਬਹੁਤ ਮਾੜਾ ਪ੍ਰਭਾਵ ਪਾਉਣਗੀਆਂ। ਇਸ ਲਈ ਜਿਹੜਾ ਓਜ਼ੋਨ ਪਰਤ ਹੈ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਸਮਝਾਉਣਾ ਚਾਹੁੰਦੀ ਹਾਂ ਕਿ ਇਸ ਹਾਨੀ ਨੂੰ ਘੱਟ ਕਰਨ ਲਈ ਕਿਹੜੇ ਕਦਮ ਚੁੱਕੇ ਗਏ ਸੀ। ਕਿ ਜਿਹੜਾ ਜੀ ਇਸ ਹਾਨੀ ਨੂੰ ਘੱਟ ਕਰਨ ਲਈ 1987 'ਚ ਇੱਕ ਸੰਯੁਕਤ ਰਾਸ਼ਟਰ ਪ੍ਰੋਗਰਾਮ, ਜਿਹਨੂੰ ਆਪਾਂ UHEP ਕਹਿ ਦਿੰਦੇ ਹਾਂ, ਉਹਦੀ ਸਰਬਸੰਮਤੀ ਨਾਲ ਭਲੀ CFC ਦੇ ਉਤਪਾਦਨ ਨੂੰ 1986 ਤੱਕ ਸੀਮਿਤ ਰੱਖਿਆ ਗਿਆ ਸੀ। ਠੀਕ ਹੈ ਜੀ, ਇਹ ਮੰਨਿਆ ਗਿਆ ਸੀ ਕਿ ਜਿਹੜਾ CFCs ਦਾ ਉਤਪਾਦਨ ਹੈ ਉਹ 'ਚ 50% ਆਪਾਂ ਕਮੀ ਕਰਨੀ ਹੈ, ਤਾਂ ਕਿ ਜਿਹੜਾ ਕਲੋਰੋਫਲੋਰੋਕਾਰਬਨ ਹੈ ਉਹਨਾਂ ਨੂੰ ਜਿਹੜਾ ਹੈ ਜ਼ਿਆਦਾ ਨੁਕਸਾਨ ਨਾ ਪਹੁੰਚੇ। ਠੀਕ ਹੈ ਜੀ, ਜਾਗਰੂਕਤਾ ਵਧਾਈ ਗਈ ਸੀ। ਸੁਪਰਸੋਨਿਕ ਜਿਹੜੇ ਜਹਾਜ਼ ਹੈ ਉਹਨਾਂ ਦੀ ਵਰਤੋਂ ਘੱਟ ਕੀਤੀ ਗਈ ਸੀ। ਪਰਮਾਣੂ ਵਿਸਫੋਟਾਂ ਤੇ ਕਾਬੂ ਰੱਖਣ ਦੀ ਗੱਲ ਕੀਤੀ ਗਈ ਸੀ। ਇਹ ਸਾਰੀਆਂ ਗੱਲਾਂ ਕਿਉਂ ਕੀਤੀਆਂ ਗਈਆਂ ਸੀ? ਤਾਂ ਕਿ ਓਜ਼ੋਨ ਪਰਤ ਹੈ ਉਸਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ। ਕਲੋਰੋਫਲੋਰੋਕਾਰਬਨ ਦੇ ਪ੍ਰਯੋਗ ਨੂੰ ਸੀਮਿਤ ਕਰਨ ਦੀ ਗੱਲ ਕੀਤੀ ਗਈ ਸੀ। CFCs ਦੇ ਵਿਕਲਪ ਦੀ ਤਲਾਸ਼ ਕਰਨ ਦੀ ਲੋੜ ਕੀਤੀ ਗਈ ਸੀ। ਬੇਟਾ ਜੀ, CFCs ਬੇਸਿਕਲੀ ਯੂਜ਼ ਹੁੰਦੇ ਰੈਫਰੀਜਰੇਟਰ 'ਚ, ਫ੍ਰਿਜਸ ਵਗੈਰਾ 'ਚ, ਜਾਂ ਫਿਰ ACs 'ਚ। ਤੇ ਪਤਾ ਕੀ, ਇਹਨਾਂ ਨੂੰ ਘੱਟ ਕਰਨ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਸੀ, ਪਰ ਘੱਟ ਕਰਨ ਦੇ ਨਾਲ ਨਾਲ ਇਹਨਾਂ ਦਾ ਵਿਕਲਪ ਲੱਭਣ ਦੀ ਵੀ ਗੱਲ ਕੀਤੀ ਗਈ ਸੀ। ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸ ਰਹੀ ਹਾਂ, ਇਹ 1987 ਵਿੱਚ ਸੰਯੁਕਤ ਰਾਸ਼ਟਰ ਪ੍ਰੋਗਰਾਮ ਦੇ ਅੰਡਰ ਕੀਤੀ ਗਈ ਸੀ ਕਿ ਓਜ਼ੋਨ ਪਰਤ ਨੂੰ ਅਸੀਂ ਕਿਵੇਂ ਜਿਹੜਾ ਹੈ ਉਹਦੀ ਹਾਨੀ ਹੋਣ ਤੋਂ ਅਸੀਂ ਉਸ ਨੂੰ ਬਚਾ ਸਕਦੇ ਹਾਂ। ਵੈਰੀ ਇੰਪੋਰਟੈਂਟ ਕੁਐਸਚਨ ਓਜ਼ੋਨ ਪਰਤ ਦਾ, ਔਰ ਪੂਰੀ ਉਮੀਦ ਹੈ ਕਿ 2 ਨਹੀਂ ਤੇ 3 ਨੰਬਰ ਦੇ ਵਿੱਚ ਇਹ ਕੁਐਸਚਨ ਜ਼ਰੂਰ ਆਏਗਾ। ਠੀਕ ਹੈ ਜੀ, ਚਲੋ ਜੀ ਅੱਗੇ ਗੱਲ ਕਰਦੇ ਹਾਂ। ਤੁਸੀਂ ਕੂੜੇ ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਵਿੱਚ ਕੀ ਯੋਗਦਾਨ ਪਾ ਸਕਦੇ ਹੋ? ਕੋਈ 2 ਤਰੀਕਿਆਂ ਦੀ ਵਰਣਨ ਕਰੋ। ਬੇਟਾ ਜੀ, ਤੁਸੀਂ ਸਾਰੇ ਬਹੁਤ ਸਮਝਦਾਰ ਹੋ, ਔਰ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਕੁਐਸਚਨ ਦਾ ਆਨਸਰ ਤੇ ਆਪ ਹੀ ਲਿਖ ਸਕਦੇ ਹੋ ਕਿ ਤੁਸੀਂ ਕੂੜੇ ਕਰਕਟ ਦੀ ਜਿਹੜੀ ਨਿਪਟਾਰਾ ਹੈ ਉਹਦੇ ਲਈ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ ਜੀ।
ਕੂੜੇ ਕਰਕਟ ਦੇ ਨਿਪਟਾਰੇ ਲਈ ਤੁਸੀਂ 2 ਤਰੀਕੇ ਅਪਣਾਏ ਹੈ ਜੋ ਇੱਥੇ ਦਿੱਤੇ ਹੈ। ਮੁੜ ਚੱਕਰਨ ਕਰ, ਠੀਕ ਹੈ ਜੀ। ਕਚਰੇ ਜਾਂ ਕੂੜੇ ਕਰਕਟ ਵਿੱਚੋਂ ਕਾਗਜ਼, ਪਲਾਸਟਿਕ, ਧਾਤਾਂ, ਕੱਪੜੇ ਆਦਿ ਚੁਣ ਕੇ ਉਹਨਾਂ ਨੂੰ ਮੁੜ ਚੱਕਰਨ ਕੀਤਾ ਜਾ ਸਕਦਾ ਹੈ। ਪੁਰਾਣੇ ਕੱਪੜੇ ਅਤੇ ਕਾਗਜ਼ਾਂ ਨੂੰ ਮੁੜ ਚੱਕਰਨ ਨਾਲ ਦਰਖਤਾਂ ਨੂੰ ਕੱਟਣ ਤੋਂ ਬਚਾਇਆ ਜਾ ਸਕਦਾ ਹੈ। ਪਲਾਸਟਿਕ ਦੇ ਬਾਰ-ਬਾਰ ਉਪਯੋਗ ਕੀਤਾ ਜਾ ਸਕਦਾ ਹੈ। ਔਰ ਦੂਜੀ ਗੱਲ ਹੈ ਮਿੱਟੀ ਵਿੱਚ ਦਬਾ ਕੇ। ਜੈਵ ਵਿਘਟਨਸ਼ੀਲ ਪਦਾਰਥ ਹੈ ਜਿਹੜੇ ਤੁਹਾਡੇ ਬਾਇਓਡਿਗਰੇਡੇਬਲ ਹੈ, ਉਹਨਾਂ ਨੂੰ ਤੁਸੀਂ ਮਿੱਟੀ ਵਿੱਚ ਦਬਾ ਕੇ ਕੂੜੇ ਕਰਕਟੇ ਦਾ ਜਿਹੜਾ ਹੈ ਨਿਪਟਾਰਾ ਕੀਤਾ ਜਾ ਸਕਦਾ ਹੈ। ਇਸ ਨਾਲ ਖਾਦ ਪ੍ਰਾਪਤ ਕਰਕੇ ਖੇਤਾਂ ਵਿੱਚ ਵਰਤੀ ਜਾ ਸਕਦੀ ਹੈ। ਬਾਇਓਡਿਗਰੇਡੇਬਲ ਹੈ ਲਾਈਕ ਤੁਹਾਡੇ ਜਿਹੜੇ ਹੈਗੇ ਕਾਗਜ਼ ਵਗੈਰਾ, ਪੁਰਾਣੇ ਕੱਪੜੇ ਵਗੈਰਾ, ਉਹਨਾਂ ਨੂੰ ਆਪਾਂ ਅਗਰ ਧਰਤੀ 'ਚ ਦਬਾ ਦਈਏ ਤਾਂ ਆਪਾਂ ਜੀ ਖਾਦ ਵੀ ਪ੍ਰਾਪਤ ਕਰ ਸਕਦੇ ਹਾਂ। ਵਟ ਅਬਾਊਟ ਨੈਕਸਟ ਕੁਐਸਚਨ ਹੀ, ਸਾਡੇ ਦੁਆਰਾ ਪੈਦਾ ਜੈਵ ਅਵਿਘਟਨਸ਼ੀਲ ਕਚਰੇ ਤੋਂ ਕਿਹੜੀਆਂ ਮੁਸ਼ਕਿਲਾਂ ਪੈਦਾ ਹੁੰਦੀਆਂ? ਬੇਟਾ ਜੀ ਜੈਵ ਅਵਿਘਟਨਸ਼ੀਲ ਕਚਰਾ ਮੀਨਸ ਨॉन ਬਾਇਓਡਿਗਰੇਡੇਬਲ। ਨॉन ਬਾਇਓਡਿਗਰੇਡੇਬਲ ਮੀਨਸ ਕਿ ਪਲਾਸਟਿਕ ਵਗੈਰਾ ਜੋ ਜਿਹੜਾ ਕੀ ਹੈ ਧਰਤੀ 'ਚ ਦਬਾਉਣ 'ਤੇ ਖਤਮ ਨਹੀਂ ਹੁੰਦਾ। ਜੈਵ ਅਵਿਘਟਨਸ਼ੀਲ ਕਚਰੇ ਤੋਂ ਪੈਦਾ ਮੁਸ਼ਕਿਲਾਂ ਇਹ ਹੈ ਜੀ ਕਿ ਜਲ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ ਜੀ। ਮਨੁੱਖੀ ਸਰੀਰ ਵਿੱਚ ਜੈਵਿਕ ਵਾਧਾ, ਇਹ 'ਚ ਪ੍ਰੋਬਲਮਸ ਆਉਂਦੀਆਂ ਨੇ। ਪਰਿਸਥਿਤਿਕ ਸੰਤੁਲਨ ਵਿੱਚ ਸਾਡੀ ਰੁਕਾਵਟ ਆਉਂਦੀ ਹੈ ਅਤੇ ਨਾਲੇ ਹੀ ਨਾਲੀਆਂ ਵਿੱਚ ਰੁਕਾਵਟ ਆਉਂਦੀ ਹੈ। ਬਿਕੋਜ਼ ਪਲਾਸਟਿਕ ਜਦੋਂ ਨਾਲੀਆਂ 'ਚ ਫਸ ਜਾਂਦਾ ਹੈ ਤਾਂ ਨਾਲੀਆਂ ਜਿਹੜੀਆਂ ਰੁਕ ਜਾਂਦੀਆਂ ਨੇ ਅਤੇ ਉਹਦੇ ਨਾਲ ਵੀ ਸਾਡੀ ਗੰਦਗੀ ਫੈਲਦੀ ਹੈ, ਠੀਕ ਹੈ ਜੀ। ਪਲਾਸਟਿਕ ਵਰਗੇ ਪਦਾਰਥਾਂ ਨੂੰ ਨਿਗਲ ਲੈਣ ਨਾਲ ਸ਼ਾਕਾਹਾਰੀ ਜੰਤੂ ਦੀ ਮੌਤ ਹੋ ਜਾਂਦੀ ਹੈ। ਕਾਫੀ ਵਾਰੀ ਆਪਾਂ ਸੁਣਿਆ ਕਿ ਜਿੱਦਾਂ ਜਿਹੜੇ ਕੈਟਲਸ ਹੁੰਦੇ ਨੇ ਉਹ ਇਹਨਾਂ ਨੂੰ ਪਲਾਸਟਿਕ ਵਗੈਰਾ ਨੂੰ ਖਾ ਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ, ਠੀਕ ਹੈ ਨਾ ਜੀ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਅੱਗੇ ਗੱਲ ਕਰਾਂਗੀ, ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਭਿੰਨ ਕੁਦਰਤੀ ਉਤਪਾਦਾਂ ਦੀ ਖਪਤ ਘੱਟ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਜੀ ਨਿੱਜੀ ਵਾਹਨ ਦੀ ਜਗ੍ਹਾ ਸਰਵਜਨਕ ਵਾਹਨ 'ਚ ਜ਼ਿਆਦਾ ਉਪਯੋਗ ਕਰ ਸਕਦੇ ਹੋ। ਪੱਖਿਆਂ, ਬਲਬ ਆਦਿ ਦੀ ਜ਼ਰੂਰਤ ਤੋਂ ਬਾਅਦ ਬੰਦ ਕਰਕੇ ਬਿਜਲੀ ਬਚਾ ਸਕਦੇ ਹੋ। ਲਿਫਟ ਦੀ ਥਾਂ ਪੌੜੀਆਂ ਦਾ ਪ੍ਰਯੋਗ ਕਰ ਸਕਦੇ ਹੋ। ਮਤਲਬ ਇੱਕ ਆਮ ਜਿਹੜੇ ਨਾਗਰਿਕ ਹੈ ਉਹਦੇ ਕੀ ਉਹ ਹੈਲਪ ਕਰ ਸਕਦਾ ਇਨਵਾਇਰਮੈਂਟ 'ਚ, ਉਹ ਡਿਪੈਂਡ ਕਰਦਾ ਹੈ ਜੀ। ਇਹ ਕੁਐਸਚਨ 'ਚ ਤੁਸੀਂ ਉਹ ਆਨਸਰ ਲਿਖਣਾ ਹੈ। ਬੇਟਾ ਜੀ ਨੋ ਡਾਊਟ ਦਿਸ ਚੈਪਟਰ ਇਜ਼ ਵੈਰੀ ਮਚ ਈਜ਼ੀ ਚੈਪਟਰ, ਕਿਉਂਕਿ ਤੁਹਾਨੂੰ ਪਤਾ ਹੈ ਕਿ ਹੁਣ ਸਿਰਫ ਇੱਕ 15ਵਾਂ ਹੀ ਚੈਪਟਰ ਰਹਿ ਗਿਆ ਹੈ ਜਿਹਦੇ ਅੰਡਰ ਤੁਸੀਂ ਕਰਨਾ ਹੈ, ਕਿਉਂਕਿ ਤੁਹਾਡਾ ਜਿਹੜਾ 14ਵਾਂ ਚੈਪਟਰ ਹੈ ਤੇ ਜਿਹੜਾ ਤੁਹਾਡਾ 16ਵਾਂ ਚੈਪਟਰ ਹੈ ਦੋਨੋਂ ਸਿਲੇਬਸ 'ਚੋਂ ਕੱਟੇ ਗਏ ਹੈ। ਪਰ 15ਵੇਂ ਚੈਪਟਰ 'ਚੋਂ ਤੁਸੀਂ ਮਾਰਕਸ ਦੀ ਜਿਹੜੀ ਵੈਲਿਊ ਦੇਖੋ ਤਾਂ ਦੈਟ ਇਜ਼ ਵੈਰੀ ਮਚ, ਦੈਟ ਇਜ਼ 7 ਮਾਰਕਸ, ਜਿਹੜਾ ਕਿ ਬਹੁਤ ਹੀ ਇੰਪੋਰਟੈਂਸ ਰੱਖਦੇ ਨੇ, ਠੀਕ ਹੈ ਜੀ। ਅੱਗੇ ਜੇ ਗੱਲ ਕਰੀਏ ਆਪਾਂ 18ਵੇਂ ਕੁਐਸਚਨ ਦੀ, ਤੇ ਚਲੋ ਜੀ ਆਓ ਜੀ ਕਰਦੇ ਹਾਂ 18ਵੇਂ ਕੁਐਸਚਨ ਦੀ ਗੱਲ। ਵਾਤਾਵਰਣ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਹੜੇ ਪਰਿਵਰਤਨ ਲਿਆ ਸਕਦੇ ਹੋ ਜੀ? ਬੇਟਾ ਜੀ ਤੁਸੀਂ ਜੰਗਲਾਂ ਦੀ ਕਟਾਈ ਤੇ ਰੋਕ ਲਾ ਸਕਦੇ ਹੋ, ਤੁਸੀਂ ਪੋਲੀਥੀਨ ਦੀ ਵਰਤੋਂ ਨਾ ਕਰ ਸਕਦੇ ਹੋ, ਤੁਸੀਂ ਵਿਅਰਥ ਵਗਦੇ ਪਾਣੀ ਦੀ ਬਰਬਾਦੀ ਨੂੰ ਬੰਦ ਕਰ ਸਕਦੇ ਹੋ, ਸੋਚ ਸਮਝ ਕੇ ਬਿਜਲੀ ਉਪਕਰਨਾਂ ਦੀ ਵਰਤੋਂ ਕਰ ਸਕਦੇ ਹੋ। 19th ਕੁਐਸਚਨ ਹੈ, ਕੀ ਤੁਸੀਂ ਆਪਣੇ ਸਕੂਲ ਵਿੱਚ ਕੁਝ ਪਰਿਵਰਤਨ ਸੁਝਾ ਸਕਦੇ ਹੋ ਜਿਨ੍ਹਾਂ ਨਾਲ ਇਸ ਨੂੰ ਵਾਤਾਵਰਣ ਪੱਖੀ ਬਣਾਇਆ ਜਾ ਸਕਦਾ ਹੈ? ਬਿਲਕੁਲ ਜੀ। ਕਿੱਦਾਂ ਤੁਸੀਂ ਆਪਣੇ ਸਕੂਲ 'ਚ ਜਿਹੜੇ ਚੇਂਜਿਸ ਹੈ ਉਹ ਕਰ ਸਕਦੇ ਹੋ? ਤੁਸੀਂ ਪਾਣੀ ਨੂੰ ਫਜ਼ੂਲ ਖਰਚ ਨਹੀਂ ਤੁਹਾਨੂੰ ਕਰਨਾ ਚਾਹੀਦਾ। ਸਾਨੂੰ ਸਕੂਲ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ। ਪਖਾਨਿਆਂ ਆਦਿ ਦੀ ਨਿਯਮਿਤ ਸਫਾਈ ਕਰਨੀ ਚਾਹੀਦੀ ਹੈ। ਬਿਜਲੀ ਦੀ ਫਜ਼ੂਲ ਖਰਚੀ ਨੂੰ ਰੋਕਣਾ ਚਾਹੀਦਾ ਹੈ। ਸਕੂਲ ਦੀ ਇਮਾਰਤ ਅਤੇ ਆਲਾ ਦੁਆਲਾ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਉਹ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਸੋ ਬੇਟਾ ਜੀ ਇਹ ਸਾਰਾ ਕੁਝ ਤੁਹਾਨੂੰ ਆਪਣੇ ਆਲੇ ਦੁਆਲੇ ਦੇਖਣਾ ਪਏਗਾ। ਇਹਦੇ ਨਾਲ ਇੱਕ ਹੋਰ ਕੁਐਸਚਨ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ, ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ, ਤੁਸੀਂ ਉਹਨੂੰ ਨੋਟ ਵੀ ਕਰ ਸਕਦੇ ਹੋ। ਉਹ ਇਹ ਹੈ ਕਿ ਜਿਹੜਾ ਪਰਿਸਥਿਤਿਕ ਪ੍ਰਬੰਧ ਹੈ ਤੁਹਾਡਾ, ਠੀਕ ਹੈ ਜੀ, ਉਸ ਵਿੱਚ ਨਿਖੇੜਕਾਂ ਦੀ ਕੀ ਭੂਮਿਕਾ ਹੈ? ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਮੈਨੂੰ ਇਹ 'ਚ ਨਹੀਂ ਲੱਗਾ, ਪਰ ਮੈਨੂੰ ਇਹ ਲੱਗਾ ਕਿ ਮੈਨੂੰ ਇਹ ਜਿਹੜਾ ਹੈ ਡਿਸਕਸ ਕਰਨਾ ਚਾਹੀਦਾ ਹੈ ਕਿ ਜਿਹੜਾ ਪਰਿਸਥਿਤਿਕ ਪ੍ਰਬੰਧ ਹੈ ਇਹ 'ਚ ਨਿਖੇੜਕਾਂ ਦੀ ਕੀ ਭੂਮਿਕਾ ਹੈ। ਪਰਿਸਥਿਤਿਕ ਪ੍ਰਬੰਧ ਵਿੱਚ ਨਿਖੇੜਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੈ। ਕਿੱਦਾਂ ਬੇਟਾ ਜੀ? ਜਿਹੜੇ ਜੀਵਾਣੂ ਹੈ ਹਨਾ, ਲਾਈਕ ਬੈਕਟੀਰੀਆ ਵਗੈਰਾ, ਉਹ ਕੀ ਕਰਦੇ ਨੇ? ਜਿਹੜੇ ਜੀਵਾਣੂ ਹਨ ਉਹ ਮ੍ਰਿਤ ਉਪਜੀਵੀ ਜਿਹੜੇ ਹੈ ਉਹ ਉਹਨਾਂ ਬਹੁਤ ਸੂਖਮ ਜੀਵ ਮ੍ਰਿਤ ਜੀਵੀ ਅਵਸ਼ੇਸ਼ਾਂ ਵਿੱਚ ਨਿਖੇੜਨ ਕਰਦੇ ਨੇ। ਇਹ ਮ੍ਰਿਤ ਸਰੀਰਾਂ ਦਾ ਆਪਣੇ ਭੋਜਨ ਲਈ ਉਪਯੋਗ ਕਰਦੇ ਨੇ। ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਕੀ ਕਰ ਦਿੰਦੇ ਜੀ? ਗੁੰਝਲਦਾਰ ਜਿਹੜੇ ਵੀ ਕਾਰਬਨਿਕ ਪਦਾਰਥ ਹੈ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਨੇ। ਫਲਾਂ ਸਬਜ਼ੀਆਂ ਦੇ ਛਿਲਕੇ, ਗਲੇ ਸੜੇ ਫਲ, ਜੈਵਿਕ ਕਚਰਾ, ਗਾਵਾਂ ਮੱਝਾਂ ਦਾ ਗੋਬਰ, ਪੇੜ ਪੌਦਿਆਂ ਦੇ ਗਲੇ ਸੜੇ ਭਾਗ ਨਿਖੇੜਕਾਂ ਦੁਆਰਾ ਕੀ ਕੀਤੇ ਜਾਂਦੇ? ਬੇਸਿਕਲੀ ਬੇਟਾ ਜੀ ਨਿਖੇੜਕ ਉਹਨਾਂ ਨੂੰ ਅਪਘਟਿਤ ਕਰ ਦਿੰਦੇ ਨੇ। ਨਿਖੇੜਕ ਉਹਨਾਂ ਨੂੰ ਕੀ ਕਰ ਦਿੰਦੇ ਜੀ? ਅਪਘਟਿਤ ਕਰ ਦਿੰਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਆਸਾਨੀ ਨਾਲ ਕੁਦਰਤ ਵਿੱਚ ਮੁੜ ਮਿਲ ਜਾਂਦੇ ਹਨ। ਨਿਖੇੜਕ ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਅਕਾਰਬਨਿਕ ਪਦਾਰਥਾਂ ਵਿੱਚ ਬਦਲ ਦਿੰਦੇ ਨੇ।
ਜੋ ਮਿੱਟੀ ਵਿੱਚ ਮਿਲ ਕੇ ਪੌਦਿਆਂ ਦੁਆਰਾ ਮੁੜ ਉਪਯੋਗ ਵਿੱਚ ਲਿਆਏ ਜਾਂਦੇ ਨੇ। ਹੁਣ ਜਦੋਂ ਜੀ ਇਹ ਅਪਘਟਿਤ ਹੋ ਗਏ ਤੇ ਮਿੱਟੀ 'ਚ ਮਿਲ ਗਏ, ਮਿੱਟੀ 'ਚ ਮਿਲ ਕੇ ਦੁਆਰਾ ਜਿਹੜੇ ਪੌਦਿਆਂ ਦੁਆਰਾ ਹੈ ਉਹ ਜਿਹੜੇ ਹੈ ਯੂਜ਼ ਹੋ ਜਾਂਦੇ ਨੇ। ਠੀਕ ਹੈ ਬੇਟਾ ਜੀ। ਇਹਦੇ ਕੁਐਸਚਨਸ ਜਿਹੜੇ 1 ਨੰਬਰ ਦੇ ਉਹ ਸਿੱਧਾ ਇੱਕ ਤਾਂ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਜੋ ਤੁਹਾਡੇ ਦਸੰਬਰ ਦੇ ਪੇਪਰ 'ਚ ਆਇਆ ਸੀ ਕਿ ਕਿਹੜੀ ਜਿਹੜੀ ਹੈ ਮਤਲਬ ਭੋਜਨ ਲੜੀ ਦਾ ਨਿਰਮਾਣ ਅਸੀਂ ਕਰ ਸਕਦੇ ਹਾਂ। ਤਾਂ ਬੇਟਾ ਜੀ ਉਸ 'ਚ ਬਹੁਤ ਹੀ ਈਜ਼ੀ ਆਨਸਰ ਸੀ ਉਹਦਾ, ਘਾਹ, ਬੱਕਰੀ ਅਤੇ ਮਨੁੱਖ। ਘਾਹ, ਬੱਕਰੀ ਅਤੇ ਮਨੁੱਖ। ਠੀਕ ਹੈ। ਮਤਲਬ ਦਿਸ ਇਜ਼ ਇਹ ਭੋਜਨ ਲੜੀ ਹੈ ਜਿਹਦਾ ਆਪਾਂ ਨਿਰਮਾਣ ਕਰ ਸਕਦੇ ਹਾਂ। ਬੇਟਾ ਜੀ ਹੋਰ ਤੁਹਾਡੇ ਜਿਹੜੇ 15 ਚੈਪਟਰ ਦੀ ਅਗਰ ਮੈਂ ਗੱਲ ਕਰਾਂ, ਅੱਜ ਮੈਂ ਸੁਪਰ 100 ਕੁਐਸਚਨਸ ਦੇ ਵਿੱਚੋਂ ਜਿਹੜੇ ਬੇਸਿਕਲੀ ਕੁਐਸਚਨ ਇਸ ਚੈਪਟਰ ਦੇ ਆਏ ਉਹ ਲਏ ਹੈ, ਪਰ ਨਾਲ ਦੇ ਨਾਲ ਮੇਰੀ ਕਾਫੀ ਵੀਡੀਓਜ਼ ਹੈ ਇਸ ਚੈਪਟਰ ਦੀਆਂ ਡਿਟੇਲਸ ਇਨ ਬੋਥ ਮੀਡੀਅਮ ਇੰਗਲਿਸ਼ ਐਂਡ ਪੰਜਾਬੀ, ਤਾਂ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ। ਔਰ ਉਹਦੇ ਵਿੱਚ ਵੀ ਮੈਂ ਕਾਫੀ ਕੁਐਸਚਨ ਇਹਦੇ ਇਸ ਲੈਸਨ ਦੀ ਕੁਐਸਚਨਸ ਬਣਾਏ ਹੋਏ ਆ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਲਿੰਕ ਨੂੰ ਡਿਸਕ੍ਰਿਪਸ਼ਨ 'ਚ ਪਾ ਦਾਂਗੀ। ਪਰ ਅੱਜ ਜਿਹੜਾ ਮੇਰਾ ਐਮਫਸਿਸ ਹੈ ਬੇਟਾ ਜੀ 7 ਨੰਬਰ ਦਾ ਪੇਪਰ ਆਣਾ ਹੈ ਤੁਹਾਡਾ, ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਇਨ ਦਿਸ ਕੇਸ, ਕਿਉਂਕਿ ਇਹ ਜਿਹੜਾ ਚੈਪਟਰ ਹੈ 15 ਤੁਸੀਂ ਇਹ ਨਹੀਂ ਦੇਖਣਾ ਕਿ ਇਹ ਛੋਟਾ ਹੈ ਜਾਂ ਇਹ ਅਨਇੰਪੋਰਟੈਂਟ ਹੈ। ਮਾਇਨੇ ਇਹੀ ਕਰਦਾ ਹੈ ਕਿ ਜੀ ਇਹ ਕਿੱਦਾਂ ਹੈ। ਇਹ 'ਚੋਂ ਵੀ ਤੁਹਾਡਾ ਜਿਹੜਾ ਹੈ 7 ਨੰਬਰ ਦਾ ਕੁਐਸਚਨ ਆਣਾ, ਉਹੀ ਕੁਐਸਚਨ ਜੀ ਹੇਠ ਲਿਖਿਆ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ? ਘਾਹ, ਕਣਕ, ਅੰਬ, ਘਾਹ, ਬੱਕਰੀ, ਮਨੁੱਖ, ਬੱਕਰੀ, ਗਾਂ, ਹਾਥੀ, ਘਾਹ, ਮੱਛੀ, ਬੱਕਰੀ। ਤਾਂ ਤੁਹਾਨੂੰ ਪਤਾ ਜੀ ਮੈਂ ਤੁਹਾਨੂੰ ਇਹਦਾ ਆਨਸਰ ਦੱਸ ਚੁੱਕੀ ਹਾਂ, ਘਾਹ, ਬੱਕਰੀ ਅਤੇ ਮਨੁੱਖ। ਠੀਕ ਹੈ ਜੀ। ਇੱਦਾਂ ਦੇ ਹੀ ਜਿਹੜੇ ਇਸ ਲੈਸਨ ਦਾ ਕੁਐਸਚਨ ਆਇਆ ਹੋਇਆ, ਔਰ ਕੋਈ ਟਫ ਕੁਐਸਚਨ ਨਹੀਂ ਆਏ, ਬਹੁਤ ਈਜ਼ੀ ਕੁਐਸਚਨ ਆਏ ਆ। ਠੀਕ ਹੈ ਜੀ। ਔਰ ਜਰਨਲ ਜ਼ਿਆਦਾ ਕੁਐਸਚਨ ਆ ਸਕਦਾ ਹੈ, ਜਿੱਦਾਂ ਕਿ CFCs ਜਿਹੜੇ ਹੈ ਉਹ ਮਤਲਬ ਓਜ਼ੋਨ ਪਰਤ ਨੂੰ ਕੌਣ ਖਤਮ ਕਰ ਰਿਹਾ ਹੈ ਜੀ? ਓਜ਼ੋਨ ਪਰਤ ਨੂੰ CFCs ਖਤਮ ਕਰ ਰਿਹਾ ਹੈ। ਸੋ ਡੀਅਰ ਸਟੂਡੈਂਟਸ ਇਹ ਬਹੁਤ ਇੰਪੋਰਟੈਂਟ ਚੈਪਟਰ ਹੈ ਤੇ ਆਪਾਂ ਇਹਨੂੰ ਡਿਸਕਸ ਕੀਤਾ। ਤੇ ਟਿਲ ਦੈਨ ਮੈਂ ਜਦੋਂ ਅਗਲੇ ਲੈਕਚਰ 'ਚ ਤੁਹਾਨੂੰ ਮਿਲਾਂਗੀ, ਅਗਲੇ ਹੀ ਚੈਪਟਰ ਦੇ ਨਾਲ ਮਿਲਾਂਗੀ। ਸੁਪਰ 100 ਕੁਐਸਚਨਸ ਜਿਹੜੇ ਪੜ੍ਹਾਓ ਪੰਜਾਬ ਵੱਲੋਂ ਸਾਨੂੰ ਦਿੱਤੇ ਗਏ ਹੈ ਉਹਨਾਂ ਦੀ ਡਿਸਕਸ਼ਨਸ ਚਲੇਗੀ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ।